ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਦੂਜਾ ਵਿੱਚ ਦਰਜ ਹਨ। ਉਹਨਾਂ ਦੀ ਅਗਲੀ ਸਾਖੀ ਅਖੰਡ ਪਾਠ ਦੀ ਵਿਧੀ। ਅਖੰਡ ਪਾਠ ਦੇ ਲਈ 10 ਜਾਂ ਘੱਟੋ ਘੱਟ 8 ਪ੍ਰਾਣੀ ਹੋਣੇ ਚਾਹੀਦੇ ਹਨ। ਅੱਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਲਈ, ਅੱਧੇ ਜਪਜੀ ਸਾਹਿਬ ਦੇ, ਜੋ ਨਾਲ ਹੀ ਸੱਜੇ ਪਾਸੇ ਕਰਕੇ ਰੱਖਿਆ ਜਾਂਦਾ ਹੈ। ਕਈ ਪਾਠੀ ਸਿੰਘ ਦਾ ਅਖੰਡ ਪਾਠ ਕਰਨ ਦੇ ਸਵੱਛ ਬਸਤਰ ਆਪਣੇ ਪਾਸ ਹੀ ਰੱਖਦੇ ਹਨ। ਪਰ ਜੇ ਕਿਸੇ ਪਾਸ ਨਾ ਹੋਣ ਤੇ ਪ੍ਰੇਮੀ ਵਿੱਚ ਹਿੰਮਤ ਹੋਵੇ, ਉਹ ਪਾਠੀਆਂ ਲਈ ਨਵੀਨ ਬਸਤਰ ਤਿਆਰ ਕਰਾਵੇ। ਹਰਕੇ ਲਈ 2 ਕਛਹਿਰੇ, 1 ਕੁੜਤਾ, 1 ਦਸਤਾਰਾ ਤੇ 1 ਪਰਨਾ। ਇਹ ਬਸਤਰ ਕੇਵਲ ਪਾਠ ਕਰਨ ਦੇ ਸਮੇਂ ਲਈ ਪਹਿਨੇ ਜਾਣੇ ਚਾਹੀਦੇ ਹਨ। ਰੌਲ ਦੇਣ ਪਿੱਛੋਂ ਲਾ ਕੇ ਅੱਡ ਰੱਖੇ ਜਾਣ। ਸਨੇ ਕੇਸੀ ਇਸ਼ਨਾਨ ਕਰਕੇ ਤੇ ਉਪਰੋਕਤ ਬਸਤਰ ਪਹਿਨ ਕੇ ਸਾਰੇ ਪਾਠੀ ਇਕੱਠੇ ਅਰਦਾਸਾਂ ਕਰਦੇ ਹਨ, ਤੇ ਜਿਹੜਾ ਪਾਠੀ ਅਰਦਾਸੇ ਵਿੱਚ ਸ਼ਾਮਿਲ ਨਹੀਂ ਹੋਇਆ, ਉਹ ਛੁੱਟ ਕਿਸੇ ਪਾਠੀ ਦੇ ਬਿਮਾਰ ਹੋ ਜਾਣ ਦੇ ਪਿੱਛੋਂ ਪਾਠ ਵਿੱਚ ਸ਼ਾਮਿਲ ਨਹੀਂ ਹੋ ਸਕਦਾ। ਪਾਠ ਦੇ ਦਿਨਾਂ ਅੰਦਰ ਪਾਠੀਆਂ ਨੂੰ ਜ਼ਮੀਨ ਤੇ ਆਸਨ ਕਰਨਾ ਅਰਥਾਤ ਬਿਸਤਰਾ ਕਰਕੇ ਸੌਣਾ ਚਾਹੀਦਾ ਹੈ, ਤੇ ਰਾਤ ਨੂੰ ਆਪਣੇ ਘਰ ਜਾ ਕੇ ਸੌਣਾ ਮਨ੍ਹਾ ਹੈ। ਖਾਣਾ ਪੀਣਾ ਵੀ ਇਤਨੇ ਸੰਜਮ ਨਾਲ ਹੋਵੇ ਕਿ ਹਵਾ ਸਰਨ ਦੀ ਨੌਬਤ ਨਾ ਆਵੇ। ਰੌਲ 2 ਘੰਟੇ ਦੀ ਹੋਵੇਗੀ ਤੇ ਰੌਲ ਵਿੱਚ ਆਉਣ ਤੋਂ ਪਹਿਲਾਂ ਸਨੇ ਕੇਸੀ ਇਸ਼ਨਾਨ ਕੀਤਾ ਜਾਏ, ਖਾਸ ਕਰਕੇ ਜੇ ਵਿਚਾਰ ਦਿਸ਼ਾ ਆਦਿ ਜਾਣਾ ਪਵੇ। ਪਾਠ ਦੇ ਅਸਥਾਨ ਤੇ ਜੋਤ, ਧੂਪ, ਕੁੰਭ ਆਦਿ ਦੀ ਵਰਤੋਂ ਉਚਿਤ ਹੈ। ਜੇ ਕਿਸੇ ਨੇ ਪਾਠ ਤੋਂ ਬਹੁਤ ਲਾਭ ਪ੍ਰਾਪਤ ਕਰਨਾ ਹੋਵੇ ਤਾਂ ਬਾਬਾ ਜੀ ਹਮੇਸ਼ਾ ਪਾਠ ਨੂੰ ਵਿਧੀ ਅਨੁਸਾਰ ਕਰਾਉਣ ਤੇ ਜ਼ੋਰ ਦਿਆ ਕਰਦੇ। ਭਲਾ ਜੇ ਕੋਈ ਖਿਆਲ ਕਰੇ ਕਿ ਇਸ ਤਰ੍ਹਾਂ ਤੇ ਐਵੇਂ ਪਾਠ ਕਰਾਉਣ ਵਿੱਚ ਕੀ ਫਰਕ ਪੈਂਦਾ ਹੈ, ਤਾਂ ਇਸ ਦਾ ਉੱਤਰ ਕਿਸੇ ਹੱਦ ਤੱਕ ਇਸ ਦ੍ਰਿਸ਼ਟਾਂਤ ਤੋਂ ਮਿਲਦਾ ਹੈ। ਕੜਾਹ ਪ੍ਰਸ਼ਾਦ ਬਣਾਉਣ ਵਿੱਚ ਹਰ ਕੋਈ ਰਸਦ ਤਾਂ ਉਹ ਹੀ ਪਾਉਂਦਾ ਹੈ, ਅਰਥਾਤ ਮੈਦਾ, ਖੰਡ, ਘਿਓ ਤੇ ਜਲ, ਪਰ ਵਿਧੀ ਅਨੁਸਾਰ ਬਣਿਆ ਹੋਇਆ ਪ੍ਰਸ਼ਾਦ ਸਵਾਦਿਸ਼ਟ ਹੁੰਦਾ ਹੈ, ਤੇ ਵੈਸੇ ਬਣਿਆ ਜੀਰਾ ਜਾਂ ਲੇਟੀ ਵੀ ਬਣ ਸਕਦਾ ਹੈ। ਜਦ ਸਭ ਸਾਮੱਗਰੀ ਤਿਆਰ ਹੋ ਕੇ ਰੱਖੀ ਜਾਵੇ ਤੇ ਕੜਾਹ ਪ੍ਰਸ਼ਾਦ ਦਾ ਦੇਗਾ ਵੀ ਸੱਜ ਕੇ ਹਜ਼ੂਰੀ ਵਿੱਚ ਆ ਜਾਏ, ਤਾਂ ਸਭ ਪਾਠੀਆਂ ਦੀ ਹਾਜ਼ਰੀ ਵਿੱਚ ਉਹਨਾਂ ਦਾ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਂਦਾ। ਪ੍ਰਸੰਨਤਾ ਪੂਰਵਕ ਹੁਕਮ ਆਉਣ ਪਰ ਜਥੇਦਾਰ ਅਰਦਾਸਾਂ ਕਰਦਾ, ਤੇ ਜਿਸ ਪਾਠੀ ਦੀ ਪਹਿਲਾ ਰੌਲ ਹੋਵੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪੰਨਾ ਕੱਢ ਕੇ ਰੁਮਾਲਾ ਪਾ ਛੱਡਦਾ ਤੇ ਅਰਦਾਸੇ ਦੀ ਸਮਾਪਤੀ ਨਾਲ ਸਰਬੱਤ ਦਾ ਭਲਾ ਦੇ ਬੋਲ ਤੇ ਹੀ ਪਾਠ ਨੂੰ ਆਰੰਭ ਕਰ ਦਿੰਦਾ। ਪਾਠ ਮੱਧ ਤੇ ਆਉਣ ਸਮੇਂ ਅਰਦਾਸਾਂ ਤੇ ਪ੍ਰਸ਼ਾਦ ਕੀਤਾ ਜਾਂਦਾ ਹੈ। ਰਾਗ ਚੈਤਸਰੀ ਦੀ ਵਾਰ ਆਉਣ ਸਮੇਂ 5 ਸਲੋਕਾਂ ਦਾ ਪਾਠ ਇਸ ਤਰ੍ਹਾਂ ਲਮਕਾ ਕੇ ਕਰ ਲਿਆ ਜਾਂਦਾ ਹੈ ਕਿ ਹਰ ਨਾਮ ਭੋਜਨ ਖਾਇਆ ਦੀ ਤੁਕ ਆਉਣ ਤੇ ਅਰਦਾਸ ਦੀ ਸਮਾਪਤੀ ਕਰੀਦੀ ਹੈ। ਭੋਗ ਪਾਉਣ ਸਮੇਂ ਰਾਗਮਾਲਾ ਦਾ ਪਾਠ ਕਰਨਾ ਜ਼ਰੂਰੀ ਹੈ। ਉਸ ਉਪਰੰਤ ਜਪਜੀ ਸਾਹਿਬ ਦਾ ਪਾਠ ਤੇ ਫਿਰ ਹਜ਼ਾਰੇ ਦੇ ਸ਼ਬਦਾਂ ਦਾ, ਜੋ ਗੁਰੂ ਗ੍ਰੰਥ ਸਾਹਿਬ ਤੋਂ ਹੀ ਕਰੀਦਾ ਹੈ। ਜਿਹੜੇ ਪੁਰਾਣੇ ਪਾਠੀ ਹੁੰਦੇ ਹਨ, ਉਹ ਤਾਂ ਝੱਟ ਉਹੀ ਪੰਨੇ ਕੱਢ ਲੈਂਦੇ ਹਨ, ਪਰ ਦੂਜੇ ਉੱਥੇ ਛੋਟੀਆਂ ਪਰਚੀਆਂ ਰੱਖ ਲੈਂਦੇ ਹਨ। ਇਸ ਉਪਰੰਤ ਇੱਕ ਸੁਖਮ ਜਿਹਾ ਅਰਦਾਸਾ ਕਰਕੇ ਨਾਲ ਹੀ ਆਰਤੀ ਦਾ ਪਹਿਲਾ ਸ਼ਬਦ ਗਗਨ ਮੈਂ ਥਾਲ ਸ਼ੁਰੂ ਕਰ ਦਿੱਤਾ ਜਾਂਦਾ ਹੈ। ਆਰਤੀ ਦੇ ਸ਼ਬਦ ਪਿੱਛੋਂ ਮੰਗਲਾਚਾਰ ਦੇ ਸ਼ਬਦ ਗਾਇਨ ਕੀਤੇ ਜਾਂਦੇ ਹਨ। ਫਿਰ ਆਨੰਦ ਸਾਹਿਬ ਦਾ ਪਾਠ ਕਰਕੇ ਪੂਰਾ ਅਰਦਾਸਾ ਕਰੀਦਾ ਹੈ। ਜੇ ਕਿਸੇ ਦੀ ਮ੍ਰਿਤੂ ਸੰਬੰਧੀ ਅਖੰਡ ਪਾਠ ਹੋਵੇ ਤਾਂ ਹਜ਼ਾਰੇ ਦੇ ਸ਼ਬਦਾਂ ਵਿੱਚੋਂ ਰਾਮ ਕਲੀਸਦ ਦਾ ਪਾਠ ਕਰਦੇ ਹਨ ਤੇ ਆਰਤੀ ਨਹੀਂ ਕਰਦੇ। ਆਰਤੀ ਦੇ ਆਰੰਭ ਵਿੱਚ ਸੰਗਤ ਨੂੰ ਫੁੱਲ ਪੰਖੜੀਆਂ ਵਰਤਾ ਦਿੱਤੀਆਂ ਜਾਂਦੀਆਂ ਹਨ, ਤੇ ਜਦ ਸਵਈਏ ਵਿੱਚ ਫੂਲਨ ਕੀ ਬਰਖਾ ਬਰਖਾਵੇ ਦੀ ਤੁਕ ਆਉਂਦੀ ਹੈ ਤਾਂ ਸਭ ਖੜੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਫੁੱਲਾਂ ਦੀ ਵਰਖਾ ਕਰਦੇ
ਜੋ ਅਤਿਅੰਤ ਸੁਹਾਵਣਾ ਤੇ ਦੇਖਣਯੋਗ ਦਿਸ਼ ਹੁੰਦਾ। ਕੁਝ ਮੁਖੀ ਸੱਜਣ ਹੱਥ ਵਿੱਚ ਗੁਲਾਬਦਾਨੀਆਂ ਰੋਹ ਘਿਓੜੇ ਜਾਂ ਅਰਕ ਗੁਲਾਬ ਨਾਲ ਭਰ ਕੇ ਦਵਾਰਾ ਸੰਗਤ ਉੱਤੇ ਸੁਗੰਧਿਤ ਜਲ ਛਿੜਕਦੇ ਤੇ ਕਈ ਅਤਰ ਜਾਂ ਹੋਰ ਖੁਸ਼ਬੂ ਸੈਂਟ ਆਦਿ ਵੀ ਛਿੜਕਦੇ। ਪੂਰਨਮਾਸ਼ੀ ਦੇ ਦੀਵਾਨ ਵਿੱਚ ਇਸ ਸਮੇਂ ਲਈ ਭਾਈ ਗੁਰਦਾਸ ਜੀ ਦੀ ਰਚਿਤ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸੰਬੰਧੀ ਤੇ ਹੋਰ ਉਸਤਿਤ ਤੇ ਮੰਗਲਾਚਾਰ ਦੇ ਸ਼ਬਦ ਵੀ ਗਾਇਨ ਕਰਦੇ। ਅਰਦਾਸਾਂ ਗਲ ਵਿੱਚ ਪੱਲਾ ਪਾ ਕੇ ਤੇ ਬੜੇ ਵਜਦ ਵਿੱਚ ਆ ਕੇ ਅਤੇ ਅਤ ਨਿਮਰਤਾ ਸਹਿਤ ਬਾਬਾ ਜੀ ਆਪ ਹੀ ਕੀਤਾ ਕਰਦੇ ਸਨ, ਖਾਸ ਕਰਕੇ ਪੂਰਨਮਾਸ਼ੀ ਦੇ ਦੀਵਾਨ ਵਿੱਚ। ਇਹ ਸਾਰੀ ਮਰਿਆਦਾ ਅੱਜ ਕੱਲ੍ਹ ਵੀ ਇਵੇਂ ਚੱਲ ਰਹੀ ਹੈ। ਇਸ ਅਰਦਾਸੇ ਦਾ ਮਜ਼ਮੂਨ ਇੱਕ ਛਪੇ ਹੋਏ ਗੁਟਕੇ ਤੋਂ ਨਕਲ ਕਰਕੇ ਹੇਠਾਂ ਦਿੱਤਾ ਜਾਂਦਾ ਹੈ। ਇਸ ਅਰਦਾਸੇ ਦਾ ਆਵਸ਼ਕ ਅੰਗ ਤਾਂ ਉਹੀ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿਤ ਮਰਿਆਦਾ ਦੇ ਟਰੈਕਟਰ ਅਨੁਸਾਰ ਕੋਈ ਤਬਦੀਲੀ ਨਹੀਂ ਹੋ ਸਕਦੀ, ਪਰ ਹੋਰ ਵਰਤੇ ਹੋਏ ਕੁਝ ਸ਼ਬਦਾਂ, ਵਿਸਮਕ ਤੇ ਪਾਰਥਕ ਵਾਕਾਂ ਦੇ ਸੰਬੰਧ ਵਿੱਚ ਗੁਰਬਾਣੀ ਦੇ ਪ੍ਰਮਾਣ ਪਾਠਕਾਂ ਦੇ ਗਿਆਤ ਲਈ ਫੁੱਟਨੋਟਾਂ ਦੇ ਰੂਪ ਵਿੱਚ ਦਰਜ ਕੀਤੇ ਗਏ ਹਨ। ਇਹਨਾਂ ਤੋਂ ਸਪਸ਼ਟ ਹੋ ਜਾਵੇਗਾ ਕਿ ਕਿਹੜੀਆਂ ਗੱਲਾਂ ਤੇ ਬਾਬਾ ਜੀ ਖਾਸ ਜ਼ੋਰ ਦਿੰਦੇ ਹੁੰਦੇ ਸਨ ਤੇ ਉਹਨਾਂ ਦੇ ਵਿਚਾਰ ਅਨੁਸਾਰ ਸਿੱਖ ਨੂੰ ਗੁਰੂ ਅੱਗੇ ਕਿਸ ਅੰਦਾਜ਼ ਵਿੱਚ ਅਰਦਾਸ ਕਰਨੀ ਬਣਦੀ ਹੈ। ਇਹ ਅਰਦਾਸ ਉਹਨਾਂ ਦਾ ਆਤਮਿਕ ਦਰਪਣ, ਉਹਨਾਂ ਦੇ ਫਲਸਫੇ ਦਾ ਨਿਚੋੜ ਤੇ ਉਹਨਾਂ ਦੇ ਉਪਦੇਸ਼ ਦਾ ਤੱਤ ਹੈ। ਅਰਦਾਸ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰੀਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਏ ਘਰ ਨੌ ਨਿਧਿਆਵੇ, ਤਾਏ ਸਭ ਥਾਈ ਹੋਏ ਸਹਾਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਜੀ ਸੱਚੇ ਪਾਤਸ਼ਾਹ ਸਭ ਥਾਈ ਹੋਏ ਸਹਾਈ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਸਾਹਿਬ ਬੋਲੋ ਜੀ ਵਾਹਿਗੁਰੂ। 10 ਪਾਤਸ਼ਾਹੀਆਂ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ, ਜਾਗਦੀ ਜੋਤ, ਹਾਜ਼ਰਾ ਹਜੂਰ, ਜ਼ਾਹਿਰਾ ਜ਼ਹੂਰ, ਕਲਯੁਗ ਦੇ ਬੋਹਿਤ, ਨਾਮ ਕੇ ਜਹਾਜ਼, ਹਲਤ ਪਲਤ ਕੇ ਰੱਖਿਅਕ, ਲੋਕ ਪਰਲੋਕ ਕੇ ਸਹਾਇਕ, ਹਾਜ਼ਰ ਨਾਜ਼ਰ। 10 ਪਾਤਸ਼ਾਹੀਆਂ ਦਾ ਸਰੂਪ ਤਿਸ ਕੇ ਪਾਠ ਦਰਸ਼ਨ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ੍ਰੀ ਵਾਹਿਗੁਰੂ। 10 ਪਾਤਸ਼ਾਹੀਆਂ, 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ, ਸਮੂਹ ਸੰਤਾਂ, ਸਮੂਹ ਭਗਤਾਂ, ਸਮੂਹ ਹਠੀਆਂ, ਤਪੀਆਂ, ਜਤੀਆਂ, ਸਤੀਆਂ, ਸਮੂਹ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਮੂਹ ਸ਼ਹੀਦਾਂ ਪਿਆਰਿਆਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਮੂਹ ਗੁਰੂ ਤਖਤਾਂ, ਸਮੂਹ ਗੁਰਦੁਆਰਿਆਂ, ਝੰਡਿਆਂ, ਬੁੰਗੀਆਂ, ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ੍ਰੀ ਵਾਹਿਗੁਰੂ। हे ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ, ਆਪ ਕੇ ਹਜੂਰ ਬੇਨਤੀ ਹੈ ਦਾਸਾਂ ਦੇ ਸਿਰ ਹੱਥ ਰੱਖੋ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਓ। ਨਾਮ ਦਾਨ, ਗਰੀਬੀ ਦਾਨ, ਸਿੱਖੀ ਦਾਨ, ਸਿਦਕ ਦਾਨ, ਭਰੋਸਾ ਦਾਨ, ਸ਼ਾਂਤੀ ਬਖਸ਼ੋ। ਤੁਹਾਡੇ ਚਰਨਾਂ ਨਾਲ ਬਨ ਆਵੇ। ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ। ਪ੍ਰੇਮਾ ਭਗਤੀ ਬਖਸ਼ੋ। ਸਿਰ ਤੇ ਹੱਥ ਰੱਖੋ। ਆਪ ਦੀ ਮਾਇਆ ਨੂੰ ਸੰਕੋਚੋ, ਮਾਇਆ ਨੂੰ ਮੋੜ ਲਓ, ਚਰਨਾਂ ਨਾਲ ਜੋੜ ਲਓ। ਕਲਯੁਗ ਨੂੰ ਦੂਰ ਕਰੋ, ਦਾਸਾਂ ਦੇ ਹਿਰਦਿਆਂ ਤੇ ਵਸੋ, ਚਰਨਾਂ ਵਿੱਚ ਮੇਲ ਲਓ, ਟੁੱਟੀ ਗੱਡੋ ਮਿਹਰਬਾਨ। ਜੋ ਪਾਵੇ ਸੋ ਕੰਮ ਕਰਾਈ ਮਿਹਰਬਾਨ, ਜੋ ਨਾ ਪਾਵੇ ਸੋ ਨਾ ਕਰਾਈ। ਜੋ ਪਾਵੇ ਸੋ ਮਤ ਮੁੱਦ ਸੰਗਤ ਦੇਈ, ਜੋ ਨਾ ਪਾਵੇ ਸੋ ਨਾ ਦੇਈ। ਜਿੱਥੇ ਪਾਵੇ ਤਿੱਥੇ ਰੱਖ ਲੈ, ਜਿੱਥੇ ਨਾ ਪਾਵੇ ਤਿੱਥੇ ਨਾ ਰੱਖੀ। ਜਿੱਥੇ ਰੱਖੀ ਆਪ ਦੇ ਚਰਨਾਂ ਵਿੱਚ ਰੱਖੀ। ਅਖੰਡ ਭਜਨ ਬਖਸ਼ੀ, ਦਰਗਾਹ ਦੇ ਬਖਸ਼ਿਆਂ ਦੇ, ਸਾਜਿਆਂ ਨਿਵਾਜਿਆਂ ਦੇ ਮੇਲੇ ਬਖਸ਼ੀ। ਜਿਨ੍ਹਾਂ ਦੇ ਮਿਲਣੇ ਕਰਕੇ ਸਿੱਖੀ ਸਿਦਕ ਦੀ ਪ੍ਰਾਪਤੀ ਹੋਵੇ। ਧੁਰ ਦਰਗਾਹ ਦੀ ਸੁਮਤ ਮਿਲੇ, ਦਰਗਾਹ ਦੇ ਬਖਸ਼ਿਆਂ ਦਾ ਮੇਲਾ ਬਖਸ਼ੀ। ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇਈ।
ਜਿਹਦੇ ਮਿਲਣੇ ਕਰਕੇ ਤੂੰ ਵਿਸਰ ਜਾਈਂ, ਦਰਗਾਹ ਦੇ ਧੱਕੇ ਦਾ ਮੇਲਾ ਨਾ ਦੇਈਂ। ਜੀ ਮਿਹਰਬਾਨ ਜੀ ਜਗਤ ਜਲੰਦਾ, ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੇ ਤਿੱਤੇ ਲਿਓ ਵਾਰ। ਸੜਦੇ ਬਲਦੇ ਸੰਸਾਰ ਤੋਂ ਰੱਖ ਲੈ ਸਤਿਗੁਰਾ, ਕਲਯੁਗ ਦੇ ਤੱਤੇ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ। ਮਾਇਆ ਦੇ ਛਲ ਛਿੰਨ ਤੋਂ ਹੱਥ ਦੇ ਕੇ ਬਚਾ ਲਓ, ਸਤਿਗੁਰ ਰਹਿਮ ਕਰੋ, ਆਪ ਦੇ ਚਰਨਾਂ ਦੀ ਓਟ ਬਖਸ਼ੋ। ਦਰੋ ਕਰੋ ਨਾਮਦਾਨ ਬਖਸ਼ੋ, ਆਪ ਦੇ ਦਰ ਦੀ ਸੇਵਾ ਬਖਸ਼ੋ, ਭਾਣੇ ਵਿੱਚ ਲਿਆਓ ਭਾਣਾ ਮੀਠਾ ਲਾਗੇ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੋਹ ਦੇ ਸਾਧੁਸ਼ ਚੋਰ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। जेता समुंद सागर नीर भरिया, ते औगुन हमारे। दया करो किछ मेहर उपावे, डुबदे पत्थर तारे। कूप भरियो जैसे दादिरा, किछ देश विदेश न बूझ। अस मेरा मन बिख्या बिमोया, किछु आर पार ना सूझ। हे वाहिगुरु गुरु नानक साहिब, ਗਰੀਬ ਨੂੰ ਬਖਸ਼ ਲਓ। ਨਿਤ ਦਾ ਮੰਗਤਾ ਆਪ ਦੇ ਦਰ ਅੱਗੇ ਖੜਾ ਹੈ, ਮੰਗਤੇ ਦੀ ਝੋਲੀ ਖੈਰ ਪਾਓ, ਮੰਗਤਾ ਖਾਲੀ ਨਾ ਜਾਏ। ਆਪ ਦੀ ਦਰਗਾਹ ਦੀ ਸਿਫਤ ਬਖਸ਼ੋ। ਸੌ ਅਲਾਮੇ ਦਿਨੇ ਕੇ ਰਾਤੀ, ਮਿਲਨ ਸਹੰਸ ਸਿਫਤ ਸਲਾਨ ਛੱਡ ਕੇ, ਕਰੰਗੀ ਲਗਾ ਹੰਸ। ਆਪ ਦੇ ਦਰ ਦੀ ਸਿਫਤ ਮੇਰੇ ਮੂੰਹ ਵਿੱਚ ਪਾਓ। ਮਰੇ ਨੂੰ ਜਿੰਦਾ ਕਰੋ, ਆਪ ਦੇ ਦਰ ਦੀ ਸਿਫਤ ਬਖਸ਼ੋ। ਮੈਂ ਗੁਣ ਗਾਵਾਂ ਦਿਨ ਰਾਤ, ਵਾਹ ਵਾਹ ਹੇ ਨਿਰੰਕਾਰ। ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਈ, ਆਪ ਦਿਆਂ ਨੂੰ ਆਪ ਦਾ ਕਰੀ, ਸਿਰ ਤੇ ਹੱਥ ਰੱਖੀ ਸੁਮਤ ਬਖਸ਼ੀ। हे ਮਹਾਰਾਜ ਜੋ ਕੀਤਾ ਸੋ ਵਾਹ ਵਾਹ, ਜੋ ਕਰੋਗੇ ਸੋ ਵਾਹ ਵਾਹ, ਜੋ ਕਰ ਕਰਾ ਰਹੇ ਹੋ ਵਾਹ 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 ਵਾਹ। हे ਵਾਹਿਗੁਰੂ ਨਿਰੰਕਾਰ, ਆਪ ਜੀ ਦੇ ਹਜ਼ੂਰ ਕੀਰਤਨ ਜੀ ਕੀ ਅਰਦਾਸ। ਭੁੱਲ ਚੁੱਕ ਮਾਫ, ਆਪ ਦੇ ਚਰਨ ਕਮਲਾਂ ਪਾਸ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਤੌਰ 'ਤੇ ਅਰਦਾਸੇ ਪਿੱਛੋਂ ਤੁਰੰਤ ਹੁਕਮਨਾਮਾ ਲਿਆ ਜਾਂਦਾ ਹੈ, ਪਰ ਬਾਬਾ ਜੀ ਇਵੇਂ ਨਹੀਂ ਸਨ ਕੀਤਾ ਕਰਦੇ। ਗੁਰੂ ਸਾਹਿਬ ਨੂੰ ਭੋਗ ਲਗਾਉਣ ਤੇ ਉਹਨਾਂ ਦੀ ਉਸਤਤ ਤੇ ਸਵਾਗਤ ਦੇ ਸ਼ਬਦ ਗਾਇਨ ਕਰਕੇ ਹੁਕਮਨਾਮਾ ਲੈਂਦੇ ਸਨ। ਭਾਵ ਇਹ ਹੈ ਕਿ ਹੁਕਮਨਾਮਾ ਪੂਰਨ ਪ੍ਰਸੰਨਤਾ ਦਾ ਆਵੇ ਤੇ ਪ੍ਰਸੰਨਤਾ ਦੀ ਪ੍ਰਾਪਤੀ ਲਈ ਉਪਰੋਕਤ ਯਤਨ ਕਰਨਾ ਉਚਿਤ ਹੈ। ਸੰਪਟ ਪਾਠ। ਸੰਪਟ ਪਾਠ ਕਿਤੇ ਕਿਤੇ ਮਹਾਤਮਾ ਦੇ ਡੇਰਿਆਂ 'ਤੇ ਹੀ ਹੁੰਦੇ ਹਨ ਤੇ ਆਮ ਸਿੱਖ ਸੰਗਤਾਂ ਇਹਨਾਂ ਜਾਂ ਇਹਨਾਂ ਦੀ ਮਰਿਆਦਾ ਤੋਂ ਅਗਿਆਤ ਹਨ। ਭਾਈ ਕੇਹਰ ਸਿੰਘ ਜੀ ਔਲਖ, ਜੋ ਕਲੇਰਾ ਪਿੰਡ ਦੇ ਹੀ ਵਸਨੀਕ ਹਨ ਤੇ ਜੋ ਸ਼ੁਰੂ ਤੋਂ ਅਖੰਡ ਪਾਠਾਂ ਦੀ ਸੇਵਾ ਵਿੱਚ ਭਾਗ ਲੈਂਦੇ ਰਹੇ ਹਨ, ਨੇ ਦੱਸਿਆ ਕਿ ਨਵੰਬਰ 1921 ਦੀ ਗੱਲ ਹੈ ਕਿ ਬਾਬਾ ਜੀ ਨੂੰ ਠਾਠ ਦੇ ਭੋਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਟ ਅਖੰਡ ਪਾਠ ਰੱਖਣ ਦਾ ਫੁਰਨਾ ਹੋਇਆ। ਪਾਠੀਆਂ ਦੇ ਜਥੇਦਾਰ ਭਾਈ ਜੀਵਾ ਸਿੰਘ ਜੀ ਗਾਲਬ ਵਾਲੇ ਥਾਪੇ ਗਏ। ਕਿਆ ਤੂੰ ਸੋਚੇ ਕਿਆ ਤੂੰ ਚਿਤਵੇ, ਦੂਧ ਕਟੋਰੇ ਗੜਵੇ ਪਾਣੀ। ਜੋ ਦੂਜੇ ਭਾਗ ਦੇ ਪੰਨੇ 6 ਪਰ ਅੱਗੇ ਦਿੱਤੇ ਹਨ। ਹਰ ਜੀ ਆਪ ਦੇ ਮੰਦਰ ਵਿੱਚ ਆਏ ਦੀ ਧਾਰਨਾ ਨਾਲ ਹਮਗਰ ਸਾਜਨ ਆਏ। ਤਨ ਤਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ, ਸੋਹੜੇ ਸੋਹੜੇ ਮੇਰੇ ਬੰਕ ਦੁਆਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਅਖੀਰਲੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਸੂਖਮ ਰੂਪ ਵਿੱਚ ਦਰਸ਼ਨ ਦੇਣ ਕਾਰਨ ਉਹਨਾਂ ਦੇ ਸਵਾਗਤ ਤੇ ਧੰਨਵਾਦ ਕਰਨ ਦੇ ਹਨ। ਇਹ ਸਾਰੇ ਸ਼ਬਦ ਇੱਕ ਗੁਟਕੇ ਦੇ ਰੂਪ ਵਿੱਚ ਵੀ ਮਿਲਦੇ ਹਨ। ਸੰਪਟ ਦਾ ਅਰਥ ਹੈ ਪਟ, ਢੱਕਣ ਦੀ ਕਿਰਿਆ। ਡੱਬਾ, ਸੰਦੂਕ, ਪਰਦਾ, ਮਿਚ ਜਾਣ ਜਾਂ ਭਾਵ ਸੰਪਟ ਪਾਠ ਮਤ ਦੇ ਆਦ ਅਤੇ ਅੰਤ ਤੇ ਕਿਸੇ ਪਦ ਦੇ ਜੋੜਨ ਦੀ ਕਿਰਿਆ। 4 ਹੋਰ ਸੱਜਣ ਸਨ। 7 ਬਾਣੀਆਂ ਨੂੰ ਸੰਪਟ ਲਾਉਣ ਦਾ ਬਾਬਾ ਜੀ ਦਾ ਹੁਕਮ ਸੀ ਤੇ ਸੰਪਟ ਬਾਣੀ ਦੇ ਵਿੱਚੋਂ ਹੀ ਲੈਣਾ ਸੀ। ਪਾਠੀ ਕੁਝ ਨਵੇਂ ਸਨ ਤੇ ਸੰਪਟ ਪਾਠ ਕਰਨਾ ਨਹੀਂ ਸਨ ਜਾਣਦੇ। ਸੰਪਟ ਇਹ ਸਨ: ਸੁਖਮਨੀ ਸਾਹਿਬ ਦੀ ਹਰੇਕ ਅਸ਼ਟਪਦੀ ਪਿੱਛੋਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। 52 ਅੱਖਰੀ ਦੇ ਹਰੇਕ ਸ਼ਬਦ ਪਿੱਛੋਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ ਆਦਿ।
ਜੈਤਸਰੀ ਦੀ ਵਾਰ ਵਿੱਚ ਹਰੇਕ ਸਲੋਕ ਤੇ ਪੌੜੀ ਪਿੱਛੋਂ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰੋ, ਸਿਮਰੰਤ ਸਤ ਸਰਬਤ ਰਮਨ, ਨਾਨਕ ਅਗਨਾਸਨ ਜਗਦੀਸ਼ ਰਹੋ। ਇਸ ਤਰ੍ਹਾਂ ਰਾਮਕਲੀ ਦੀ ਵਾਰ ਵਿੱਚ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੇ ਸੱਤੇ ਬਲਵੰਡ ਦੀ ਵਾਰ ਨਾਲ ਫੇਰ ਵਸਾਇਆ ਫੇਰ ਆਨ ਸਤਿਗੁਰ ਖਾਡੂਰ ਹਰ ਪੌੜੀ ਪਿੱਛੋਂ। ਸਾਨੂੰ ਸਭ ਨੂੰ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੇ ਕਰਕੇ ਪੁੱਛਿਆ ਕਿ ਆਪੋ ਆਪਣੀ ਰਹਿਤ ਦੱਸੋ। ਸਾਡੇ ਸਾਰਿਆਂ ਦੇ ਮੂੰਹ ਬੱਗੇ ਹੋ ਗਏ। ਉਹਨਾਂ ਦੇ ਸਾਹਮਣੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਾ ਪਵੇ। ਸੋ ਅਸੀਂ ਬੇਨਤੀ ਕੀਤੀ, ਪਾਤਸ਼ਾਹੋ ਸਾਡੀਆਂ ਭੁੱਲਾਂ ਚੁੱਕਾਂ ਮਾਫ਼ ਕਰੋ, ਅਸੀਂ ਅਲਪਗ ਜੀਵ ਹਾਂ। ਤਾਂ ਫਰਮਾਇਆ, ਚੰਗੀ ਗੱਲ ਤਾਂ ਇਹ ਸੀ ਕਿ ਤੁਹਾਨੂੰ ਸਭਨਾਂ ਨੂੰ ਪਹਿਲਾਂ ਗੁਲਾਬ ਦਿੱਤਾ ਜਾਂਦਾ, ਪਰ ਹੁਣ ਵਕਤ ਨਹੀਂ। 3 ਦਿਨ ਤੁਸੀਂ ਅੰਨ ਨਹੀਂ ਛਕਣਾ ਹੋਵੇਗਾ। ਕੇਵਲ ਦੁੱਧ, ਘਿਓ ਜਾਂ ਹਲਕੀ ਚਾਵਲ ਖਿਚੜੀ ਆਦਿ ਤੁਹਾਨੂੰ ਦਿੱਤੇ ਜਾਣਗੇ। 1 ਘੰਟੇ ਦੀ ਤੁਹਾਡੀ ਰੌਲ ਹੋਵੇਗੀ। ਰੌਲ ਤੋਂ ਬੈਠਣ ਤੋਂ ਪਹਿਲਾਂ ਰੂਹ ਘਿਓੜੇ ਦਾ ਘੁੱਟ ਛਕ ਲੈਣਾ। ਪਾਠ ਚੌਂਕੜੀ ਮਾਰ ਕੇ ਕਰਨਾ। ਪਾਠ ਵਿੱਚ ਉਬਾਸੀ ਨਹੀਂ ਲੈਣੀ, ਛਿੱਕ ਨਹੀਂ ਮਾਰਨੀ, ਵਾਹ ਨਹੀਂ ਸ਼ਰਨ ਦੇਣੀ, ਕਿਸੇ ਪਾਸੇ ਝਾਕਣਾ ਨਹੀਂ। ਜੇ ਹਾਜਤ ਹੋਵੇ ਤਾਂ ਟੱਲੀ ਵਜਾਣੀ, ਇੱਕਦਮ ਦੂਜਾ ਪਾਠੀ ਆਵੇ। 1 ਦਿਨ ਪਹਿਲਾਂ ਪਾਠ ਸੀ ਜੋ ਬਾਬੇ ਜੀ ਨੇ ਦਿਨੇ ਰਾਤ ਬੈਠ ਕੇ ਆਪ ਸੁਣਿਆ। ਜਾਪ ਸਾਹਿਬ ਦਾ ਪਾਠ ਹੀ ਹਾਲੇ ਹੋਇਆ ਤਾਂ ਬੜੇ ਖਿੜੇ ਹੋਏ ਹੱਸ ਕੇ ਬੋਲੇ, ਲੋ ਭਾਈ ਸੱਜਣੋ, ਜਿਹੜੀ ਵਸਤੂ ਆਪਾਂ ਗੁਰੂ ਨਾਨਕ ਸਾਹਿਬ ਤੋਂ ਭੋਗ ਪਾ ਕੇ ਮੰਗਣੀ ਸੀ ਉਹ ਹੁਣੇ ਹੀ ਮਿਲ ਗਈ ਹੈ। ਸਰੀਰ ਜੋ ਜਿੱਡ ਜਿਹਾ ਰਹਿੰਦਾ ਹੈ ਹੁਣ ਕੰਗਨ ਕੁੱਦਣ ਵਰਗਾ ਬਣ ਗਿਆ ਹੈ। ਹੁਣ ਪਾਠੀਆਂ ਦੀ ਸੇਵਾ ਕੌਣ ਕਰੇਗਾ? ਇਸ ਪਰ ਕਈ ਤਿਆਰ ਹੋ ਗਏ ਤਾਂ ਫਰਮਾਇਆ, ਅਸੀਂ ਜਿਸ ਨੂੰ ਲੰਗਰ ਦਾ ਮੁਖਤਿਆਰ ਬਣਾਵਾਂਗੇ ਉਹੀ ਸੇਵਾ ਕਰੇਗਾ। ਤਾਂ ਬਾਬਾ ਜੀ ਨੇ ਚੂੜ ਚੱਕ ਦੇ ਸਰਦਾਰ ਬਚਨ ਸਿੰਘ ਨੂੰ ਲੰਗਰ ਦਾ ਸੇਵਾਦਾਰ ਥਾਪ ਕੇ ਫਰਮਾਇਆ, ਭਾਈ ਖਾਣ ਪੀਣ ਸਭ ਤੇਰੇ ਹੱਥੋਂ ਇਹਨਾਂ ਨੂੰ ਮਿਲੇਗਾ। ਅੰਨ ਇਹਨਾਂ ਨੂੰ ਨਹੀਂ ਦੇਣਾ। ਮੱਖਣ, ਬਦਾਮ, ਰੋਗਨ ਜਿਤਨਾ ਮਰਜ਼ੀ ਛਕਣ। ਭੋਗ ਪੈਣ ਤੇ ਬਾਬਾ ਜੀ ਬੜੇ ਪ੍ਰਸੰਨ ਸਨ। ਉਸ ਵੇਲੇ ਇਸ ਅਸਥਾਨ ਦਾ ਨਾਮ ਨਾਨਕਸਰ ਕੁਟੀਆ ਸੀ। ਸਧਾਰਨ ਸੰਪਟ ਪਾਠਾਂ ਵਿੱਚ ਸੰਪਟ ਜਪਜੀ ਦੀ ਪਹਿਲੀ ਪੌੜੀ ਤੇ ਔਖੀ ਘੜੀ ਨਾ ਦੇਖਣ ਦੇਈ ਦੇ ਸ਼ਬਦ ਦਾ ਲਾਇਆ ਜਾਂਦਾ ਹੈ, ਜਿੱਥੇ ਵੀ ਨਾਨਕ ਪਦ ਆਵੇ। ਪਹਿਲੀ ਪੌੜੀ ਦੇ ਸੰਪਟ ਜਾਂ ਪਾਠ ਦਾ ਵੱਡਾ ਮਹਾਤਮ ਮਨੁੱਖ ਦੇ ਪਾਪਾਂ ਨੂੰ ਸਾੜਨਾ ਜਾਂ ਧੋਣਾ ਹੈ। ਪਾਪ ਕੀ ਹਨ? ਇਹ ਇੱਕ ਅਡਰਾ ਤੇ ਲੰਮਾ ਵਿਸ਼ਾ ਹੈ। ਪਾਪ ਇਸ ਜਨਮ ਦੇ ਵੀ ਹੁੰਦੇ ਹਨ ਤੇ ਪਿਛਲੇ ਜਨਮਾਂ ਦੇ ਵੀ, ਜਿਨ੍ਹਾਂ ਦਾ ਹਿਸਾਬ ਵਾਹਿਗੁਰੂ ਨੇ ਮਨੁੱਖ ਦੀ ਅੱਖਾਂ ਤੋਂ ਓਹਲੇ ਰੱਖਿਆ ਹੋਇਆ ਹੈ। ਸਾਡੀ ਆਤਮਿਕ ਉੱਨਤੀ ਵਿੱਚ ਵੱਡੀ ਰੁਕਾਵਟ ਸਾਡੇ ਪਾਪਾਂ ਦੀ ਹੀ ਹੈ। ਸਾਡੇ ਸਰੀਰਕ ਤੇ ਮਾਨਸਿਕ ਦੁੱਖਾਂ ਦੇ ਹੋਣਹਾਰ ਲਾਭ, ਹਾਰ ਜਿੱਤ ਦੇ ਵੀ ਅਸਲ ਕਾਰਨ ਇਹੋ ਹੀ ਸਮਝੇ ਜਾਂਦੇ ਹਨ। ਇਹ ਸਰੀਰ ਕੂੜ ਕੁਸਤਤ ਭਰਿਆ, ਗਲਤਾਈ ਪਾਪ ਕਮਾਏ। ਪਾਪਾਂ ਦਾ ਰੂਪ ਹੀ ਦੁੱਖ, ਦਰਦ ਤੇ ਕਈ ਤਰ੍ਹਾਂ ਦੇ ਕਲੇਸ਼ ਹਨ, ਜਿਹੜੇ ਸਰੀਰ ਦੇ ਮਨ ਨੂੰ ਔਖਾ ਤੇ ਮਤ ਨੂੰ ਮਲੀਨ ਕਰਦੇ ਹਨ। ਪਾਪਾਂ ਨੂੰ ਧੋਣਾ ਜਾਂ ਦਗ੍ਹ ਕਰਨਾ ਮਨੁੱਖ ਦੀ ਆਤਮਕ ਉੱਨਤੀ ਤੇ ਹਰ ਪ੍ਰਕਾਰ ਦੇ ਸੁੱਖਾਂ ਲਈ ਜ਼ਰੂਰੀ ਹੈ। ਨਾਮ ਪਾਪਾਂ ਨੂੰ ਧੋਂਦਾ ਹੈ। ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾ ਵੇਖ ਕੇ ਰੰਗ। ਔਖੀ ਘੜੀ ਨਾ ਦੇਖਣ ਦੇ ਵਾਲੇ ਸ਼ਬਦ ਵਿੱਚ ਹੀ ਇੱਕ ਤਰ੍ਹਾਂ ਦੀ ਅਰਦਾਸ ਹੈ ਕਿ ਵਾਹਿਗੁਰੂ ਦੁੱਖਾਂ ਨੂੰ ਸਾਤੋਂ ਦੂਰ ਹੀ ਰੱਖੇ। ਇਹ ਸ਼ਬਦ ਦਾ ਜਿਤਨਾ ਵੀ ਪਾਠ ਕੀਤਾ ਜਾਏ ਲਾਭਵੰਦ ਹੈ, ਇਸ ਲਈ ਇਹ ਦੋਵੇਂ ਸੰਪਟ ਲਾਏ ਜਾਂਦੇ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਸੰਪਟ ਪਾਠ ਵਿੱਚ 1.25 ਲੱਖ ਪਾਠ ਤਾਂ ਪਹਿਲੀ ਪੌੜੀ ਦਾ ਤੇ 1 ਲੱਖ ਪਾਠ ਔਖੀ ਘੜੀ ਵਾਲੇ ਸ਼ਬਦ ਦਾ ਹੋ ਜਾਂਦਾ ਹੈ। ਸੂਚਨਾ: ਸੰਪਟ ਪਾਠਾਂ ਵਿੱਚ ਕਈ ਤਰ੍ਹਾਂ ਦੇ ਵਿਘਨ ਪੈ ਜਾਂਦੇ ਹਨ, ਕਿਉਂਕਿ ਇਹਨਾਂ ਨਾਲ ਬੜੀ ਜ਼ਬਰਦਸਤ ਤਾਕਤ ਪੈਦਾ ਹੁੰਦੀ ਹੈ ਤੇ ਇਹ ਪਾਠ ਬੜੇ ਫਲ ਭੂਤਕ ਹੁੰਦੇ ਹਨ। ਇਹ ਪਾਠ ਕੇਵਲ ਉਹ ਪਾਠੀ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਇਹਨਾਂ ਦੇ ਕਰਨ ਦਾ ਅਭਿਆਸ ਹੋਵੇ, ਤੇ ਇਹਨਾਂ ਦਾ ਕਰਨਾ ਉਚਿਤ ਤਦ ਹੀ ਹੈ ਜਦ ਕਿਸੇ ਤਗੜੇ ਮਹਾਤਮਾ ਦਾ ਸਿਰ ਤੇ ਹੱਥ ਹੋਵੇ। ਪਾਠੀਆਂ ਦੀ ਸਹੂਲੀਅਤ ਲਈ ਛਪਿਆ ਹੋਇਆ ਮੋਟਾ ਪੱਤਰਾ ਵੀ ਅੰਮ੍ਰਿਤਸਰੋਂ ਮਿਲ ਜਾਂਦਾ ਹੈ।
ਜਿਸ ਵਿੱਚ ਸਾਰੇ ਤਰ੍ਹਾਂ ਦੇ ਸੰਪਟ ਅੰਕਿਤ ਹੁੰਦੇ ਹਨ ਜਾਂ ਹੱਥ ਨਾਲ ਮੋਟਾ ਲਿਖ ਲਿਆ ਜਾਵੇ। ਸੰਪਟ ਕਿਵੇਂ ਲਾਇਆ ਜਾਂਦਾ ਹੈ? ਇਕੱਲੀ ਇਕੱਲੀ ਪੰਕਤੀ ਤੇ ਸੰਪਟ, ਔਖੀ ਘੜੀ ਵਾਲੇ ਸ਼ਬਦ ਦਾ ਤੇ ਹਰ ਅੰਕ ਭਾਵ 1 2 3 ਅੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਪਾਠੀ ਸਿੰਘ ਜਾਣਦੇ ਹਨ ਕਿ ਗੁਰਬਾਣੀ ਵਿੱਚ ਆਏ ਮੰਗਲਾਚਰਨ 3 ਪ੍ਰਕਾਰ ਦੇ ਹਨ। ਇਸ ਲਈ ਜਦ ਛੋਟਾ ਮੰਗਲਾਚਰਨ ਭਾਵ 1 ਓਂਕਾਰ ਸਤਿਗੁਰ ਪ੍ਰਸਾਦ ਆਵੇ ਤਾਂ ਇਸ ਦੇ ਆਰੰਭ ਤੇ ਅੰਤ ਵਿੱਚ ਪਹਿਲੀ ਪੌੜੀ ਜਾਂ 5 ਵਾਰੀ ਪਾਠ ਦੇ ਹਰ ਵੱਡੇ ਮੰਗਲਾਚਰਨ ਤੇ 10 ਵੇਰੀ ਇਸੇ ਪੌੜੀ ਦਾ ਪਾਠ 5 ਵਾਰੀ ਪਹਿਲਾਂ ਤੇ 5 ਵਾਰੀ ਪਿੱਛੋਂ। ਜੇ ਮੰਗਲਾਚਰਨ ਉੱਪਰ ਦੱਸੇ ਨਾਲੋਂ ਵੱਡਾ ਹੋਵੇ ਤਾਂ 5 ਦੀ ਥਾਂ 7 ਵੇਰੀ ਪੜ੍ਹਨਾ ਤੇ ਫਿਰ ਪਹਿਲੀ ਪੌੜੀ ਤੇ ਔਖੀ ਘੜੀ ਵਾਲੇ ਸ਼ਬਦ ਦਾ ਪਾਠ ਕਰਕੇ ਪਿੱਛੋਂ ਬਾਣੀ ਅਗਾਂਹ ਪੜ੍ਹਨੀ। ਇਸ ਤੋਂ ਪ੍ਰਤੀਤ ਹੋਵੇਗਾ ਕਿ ਸੰਪਟ ਅਖੰਡ ਪਾਠ ਮਰਿਆਦਾ ਅਨੁਸਾਰ ਕਰਨਾ ਕਿਤਨਾ ਕਠਿਨ ਤੇ ਲੰਮਾ ਕਾਰਜ ਹੈ। ਬਾਬਾ ਜੀ ਨੇ ਕਈ ਖੁੱਲ੍ਹੇ ਸੰਪਟ ਪਾਠ ਇਕੱਲਿਆਂ ਹੀ ਕੀਤੇ, ਜਿਹਾ ਕਿ ਹੜੱਪੇ ਪਿੰਡ ਬਾਗਾ ਤੇ ਚੂਨੀਆਂ ਦੇ ਇਲਾਕੇ ਵਿੱਚ ਵਰਾ ਲੱਗ ਜਾਣਾ। ਖੁੱਲ੍ਹਾ ਸੰਪਟ ਪਾਠ ਕਰਾਉਣ ਲਈ 2 ਜਾਂ 3 ਪਾਠੀ ਲੋੜੀਂਦੇ ਹਨ। ਕੜਾ ਪ੍ਰਸ਼ਾਦ ਦੀ ਦੇਗ ਰੋਜ਼ ਸਵੇਰੇ 1 ਵੇਰੀ ਹੀ ਸਜਾਣੀ ਪੈਂਦੀ ਹੈ, ਨਹੀਂ ਤਾਂ ਪੰਜੀਰਾ ਬਣਾ ਕੇ ਅੱਡਰਾ ਰੱਖ ਲਿਆ ਜਾਂਦਾ ਹੈ ਤੇ ਉਸ ਵਿੱਚੋਂ ਲੋੜ ਅਨੁਸਾਰ ਲੈ ਕੇ ਭੋਗ ਲਗਵਾ ਲਿਆ ਜਾਂਦਾ ਹੈ। ਵੱਡਾ ਸੰਪਟ ਅਖੰਡ ਪਾਠ। ਇਸ ਅਖੰਡ ਪਾਠ ਕਰਨ ਲਈ 40 ਦਿਨ ਲੱਗ ਜਾਂਦੇ ਹਨ। ਭਾਵੇਂ ਤੇਜ ਪਾਠ ਕਰਨ ਵਾਲੇ 27 ਦਿਨ ਵੀ ਕਰ ਲੈਂਦੇ ਹਨ। ਇਸ ਵਿੱਚ ਹਰੇਕ ਤੁਕ ਦੇ ਪਿੱਛੇ ਸੰਪਟ ਲਾਉਣਾ ਪੈਂਦਾ ਹੈ। ਜਾਪ ਸਾਹਿਬ ਦੀ ਪਹਿਲੀ ਪੌੜੀ ਤੇ ਔਖੀ ਘੜੀ ਵਾਲੇ ਦਾ ਸ਼ਬਦ। ਇਸ ਤਰ੍ਹਾਂ 12 ਤਾਂ ਪਾਠੀ ਸਿੰਘ ਹੁੰਦੇ ਹਨ। 6 ਗੁਰੂ ਗ੍ਰੰਥ ਸਾਹਿਬ ਤੇ 6 ਜਪਜੀ ਸਾਹਿਬ ਦੇ ਪਾਠ ਲਈ 6 ਸਿੰਘ ਹੀ ਪਹਿਰੇਦਾਰ ਹੁੰਦੇ ਹਨ ਤੇ 2 ਸਿੰਘ ਲਾਂਗਰੀ ਸਜਾਏ ਜਾਂਦੇ ਹਨ। ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਕਰਕੇ ਇਕੱਠਿਆਂ ਅਰਦਾਸਾ ਕਰਨਾ ਪੈਂਦਾ ਹੈ ਤੇ ਪਾਠ ਆਰੰਭ ਹੋਣ ਦੇ ਪਿੱਛੋਂ ਕਿਸੇ ਹੋਰ ਮਾਈ ਭਾਈ ਦੇ ਮੱਥੇ ਲੱਗਣਾ ਵਰਜਿਤ ਹੈ। ਗੱਲਬਾਤ ਤਾਂ ਕੀ ਕਰਨੀ ਹੈ, ਜੰਗਲ ਪਾਣੀ ਜਾਣ ਲੱਗਿਆਂ ਝੁੰਬ ਮਾਰ ਕੇ ਪਹਿਰੇ ਦੀ ਨਿਗਰਾਨੀ ਹੇਠਾਂ ਜਾਣਾ ਪੈਂਦਾ ਹੈ। ਜੇ ਬਾਹਰ ਜਾਣ ਸਮੇਂ ਕੋਈ ਓਪਰਾ ਪ੍ਰਾਣੀ ਸਾਹਮਣੇ ਆਉਂਦਾ ਹੋਵੇ ਤਾਂ ਪਹਿਰੇਦਾਰ ਉਸ ਨੂੰ ਲਾਂਭੇ ਕਰ ਦਿੰਦਾ ਹੈ। ਇਹ ਪਾਠ ਖਾਸ ਕਰਕੇ ਭੋਰੇ ਵਿੱਚ ਰੱਖਿਆ ਜਾਂਦਾ ਹੈ, ਜਿਸ ਦੇ ਚੌਂਹੀ ਪਾਸੇ ਗੁਰੂ ਨਾਨਕ ਦੇਵ ਜੀ ਦੀਆਂ ਹੀ ਤਸਵੀਰਾਂ ਹੁੰਦੀਆਂ ਹਨ। ਇਹ ਸਭ ਕੁਝ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਪਾਠੀ ਦੇ ਮਨ ਵਿੱਚ, ਜਿਸ ਦੀ ਬਿਰਤੀ ਬੜੀ ਸੂਖਮ ਹੋ ਜਾਂਦੀ ਹੈ, ਕਿਸੇ ਹੋਰ ਬਾਹਰਲੀ ਵਿਅਕਤੀ ਦਾ ਪ੍ਰਤੀਬਿੰਬ ਨਾ ਪਵੇ। ਹਰੇਕ ਪਾਠੀ ਤੇ ਪਹਿਰੇਦਾਰ ਦੀ ਰੌਲ 1.5 ਘੰਟੇ ਦੀ ਹੁੰਦੀ ਹੈ ਤੇ ਰੌਲ ਤੇ ਬੈਠਣ ਤੋਂ ਪਹਿਲਾਂ ਪਾਠੀ ਨੂੰ ਰੋਹ ਕਿਉੜੇ ਦੀ ਕੁਰਲੀ ਕਰਨੀ ਜਾਂ ਛੋਟੀ ਇਲਾਇਚੀ ਚਬਣੀ ਉਚਿਤ ਹੈ। ਸੰਪਟ ਪਾਠਾਂ ਦੇ ਸੰਬੰਧ ਵਿੱਚ ਜੇ ਕਿਸੇ ਦਾ ਇਹ ਉਜਰ ਹੋਵੇ, ਜਿਵੇਂ ਕਿ ਇੱਕ ਵਿਦਵਾਨ ਨੇ ਕੀਤਾ ਹੈ ਕਿ ਇਹੀ ਕਾਰਜਾਂ ਦੀ ਸਿੱਧੀ ਲਈ ਤਾਂਤਰਿਕ ਮਤ ਅਨੁਸਾਰ ਕੀਤੇ ਹੋਏ ਮੰਤਰ ਜਾਪ ਨਾਲ ਕੁਝ ਮਿਲਦੇ ਹਨ, ਜਾਂ ਉਹਨਾਂ ਅਰਦਾਸਾਂ ਨਾਲ ਜੋ ਈਸਾਈ ਮਤ ਵਿੱਚ ਲਿਟਰਜੀਕਲ ਪ੍ਰੇਅਰਸ ਅਖਵਾਉਂਦੀਆਂ ਹਨ। ਉੱਤਰ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਾਰਜ ਸਿੱਧੀ ਦੀ ਲੋੜ ਹਰੇਕ ਦੁਨੀਆਦਾਰ ਨੂੰ ਕਦੇ ਨਾ ਕਦੇ ਜ਼ਰੂਰ ਵਾਪਰਦੀ ਹੈ। ਗੁਰਬਾਣੀ ਵਿੱਚ ਅਨੇਕਾਂ ਹੀ ਥਾਵਾਂ ਤੇ ਕੰਮਾਂ ਕਾਜਾਂ ਦੇ ਪੂਰੇ ਹੋਣ, ਸੌਣ, ਰਾਸ ਆਉਣ ਉੱਤੇ ਪ੍ਰਸੰਨਤਾ ਕੀਤੀ ਗਈ ਹੈ। ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਚ ਸਾਖੀਏ। ਅਨੇਕਾਂ ਤੁਕਾਂ ਇਸ ਦੀ ਪ੍ਰੋੜਤਾ ਕਰਦੀਆਂ ਹਨ। ਇੱਕ ਵਾਰੀ ਦੀ ਗੱਲ ਹੈ ਕਿ ਜਦ ਇੱਕ ਸੇਵਕ ਨੇ ਕਿਸੇ ਬਿਪਤਾ ਵਿੱਚ ਸਹਾਇਕ ਦੀ ਜਾਚਨਾ ਕੀਤੀ ਤੇ ਬਾਬਾ ਜੀ ਨੇ ਉਸ ਨੂੰ ਭਾਣਾ ਮੰਨਣ ਲਈ ਕਿਹਾ ਤਾਂ ਉਹ ਮੂੰਹ ਫੱਟ ਤੋਂ ਅੱਗੋਂ ਇਹ ਸੁਣਾ ਦਿੱਤਾ, ਤਾਂ ਫਿਰ ਅਸੀਂ ਮੁਲਾਣਿਆਂ ਪਾਸ ਜਾਈਏ ਜਾਂ ਪੰਡਤਾਂ ਪਾਂਧਿਆਂ ਦੇ ਦਰਵਾਜ਼ੇ ਖੜਕਾਈਏ। ਇਸ ਲਈ ਜੇ ਸਧਾਰਨ ਮਨੁੱਖੀ ਕਾਰਜਾਂ ਲਈ ਗੁਰਬਾਣੀ ਦੀ ਓਟ ਲੈਣੀ ਤੇ ਇਸ ਤਰ੍ਹਾਂ ਦੇ ਪਾਠ ਕਰਾਉਣੇ ਵਰਜਿਤ ਹੋਣ ਤਾਂ ਡਾਕਟਰਾਂ ਦੇ ਪਾਸ ਜਾ ਕੇ ਇਲਾਜ ਕਰਾਉਣੇ ਅਤੇ ਅਫਸਰਾਂ ਦੇ ਪਾਸ ਜਾ ਕੇ ਨੱਕ ਰਗੜਨੇ ਵੀ ਅਨੁਚਿਤ ਹਨ ਤੇ ਬੇਨਤੀ ਕਰਨੀ ਵੀ ਠੀਕ ਨਹੀਂ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਨ ਦੇ
ਇੱਕ ਤੋਂ ਵੱਧ ਪ੍ਰਯੋਜਨ ਹੋ ਸਕਦੇ ਹਨ। ਉਹ ਇਹ ਕਿ ਇੱਕ ਪਾਸੇ ਪੜ੍ਹਨ ਵਾਲਾ ਮਨ ਲਾ ਕੇ ਪਾਠ ਕਰੇ, ਪੜ੍ਹ ਕੇ ਸਮਝੇ, ਸਮਝ ਕੇ ਅਮਲ ਕਰੇ, ਭਾਵ ਉਪਦੇਸ਼ ਨੂੰ ਆਪਣੀ ਵਰਤੋਂ ਵਿੱਚ ਲਿਆਵੇ। ਦੂਜੇ ਪਾਸੇ ਸੁਣਨ ਵਾਲੇ ਇਕਾਗਰਚਿਤ ਹੋ ਕੇ ਸੁਣਨ, ਬਾਣੀ ਦੇ ਭਾਵਾਂ ਨੂੰ ਸਮਝਣ ਤੇ ਸਮਝ ਕੇ ਹਿਰਦੇ ਵਿੱਚ ਵਸਾਉਣ ਤੇ ਆਪਣਾ ਜੀਵਨ ਢਾਲਣ। ਜਿਵੇਂ ਕਿ ਗੁਰਵਾਕ ਹੈ, ਸੁਣ ਤੇ ਪੁਨੀਤ ਕਹਤੇ ਪਵਿੱਤ। ਇਹ ਤਾਂ ਹੈ ਸਰਬੋਤਮ ਲਾਭ। ਪਰ ਪੜ੍ਹਨ ਸੁਣਨ ਵਾਲਿਆਂ ਤੋਂ ਛੁੱਟ ਗੁਰਬਾਣੀ ਦੇ ਪਾਠ ਦੇ ਮਹਾਤਮ ਤੋਂ ਘੱਟ ਵੱਧ ਲਾਭ ਉਠਾਉਣ ਵਾਲੇ ਹੋਰ ਉਹ ਵੀ ਹੁੰਦੇ ਹਨ ਜੋ ਉਸ ਅਸਥਾਨ ਦੀ ਸੇਵਾ ਕਰਨ ਕਿਸੇ ਪ੍ਰਕਾਰ ਦੀ, ਜਾਂ ਜੋ ਪਾਠੀਆਂ ਦੀ ਸੇਵਾ ਅੰਨ ਬਸਤਰ ਮਾਇਆ ਨਾਲ ਕਰਨ, ਜਾਂ ਉਹ ਵਿਅਕਤੀ ਜਿਸ ਦੇ ਨਿਮਿਤ ਪਾਠ ਕਰਾਇਆ ਜਾਵੇ। ਪਾਠ ਤੋਂ ਲਾਭ ਲੈਣ ਵਾਲਿਆਂ ਹੋਰ ਹਸਤੀਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਬਾਬਾ ਜੀ ਦੀ ਮਰਿਆਦਾ ਦਾ ਇੱਕ ਹੋਰ ਅੰਗ ਵੀ ਦੱਸਣਾ ਜ਼ਰੂਰੀ ਹੈ, ਕਿਉਂਕਿ ਕਿਸੇ ਮਹਾਨ ਕਾਰਜ ਲਈ ਜਾਂ ਕਠਿਨ ਸਮੇਂ ਤੇ ਜਦ ਰਤਾ ਵੀ ਦੇਰੀ ਕਰਨੀ ਉਚਿਤ ਨਾ ਸਮਝੀ ਜਾਂਦੀ, ਤਾਂ ਬਾਬਾ ਜੀ ਬਹੁਤ ਸਾਰੇ ਪਾਠ ਇੱਕੋ ਵਾਰੀ ਰੱਖ ਦਿਆ ਕਰਦੇ ਸਨ। ਜਿਵੇਂ ਕਿ ਮਹਾਰਾਜਾ ਸਾਹਿਬ ਭੁਪਿੰਦਰ ਸਿੰਘ ਪਟਿਆਲਾ ਨਰੇਸ਼ ਦੇ ਸਖਤ ਬਿਮਾਰ ਹੋ ਜਾਣ ਸਮੇਂ ਕੀਤਾ ਗਿਆ, ਜਦਕਿ ਬਾਬਾ ਜੀ ਦੇ ਹੁਕਮ ਅਨੁਸਾਰ 101 ਸੰਪਨ ਅਖੰਡ ਪਾਠ ਤੁਰੰਤ ਰਖਵਾਏ ਗਏ। ਉਸ ਸਮੇਂ ਤਾਂ ਜਿਸ ਧਰਮ ਸਥਾਨ ਵਿੱਚ ਪ੍ਰਬੰਧ ਹੋ ਸਕਿਆ ਉੱਥੇ ਹੀ ਪਾਠ ਰਖਾ ਦਿੱਤਾ ਗਿਆ। ਇਸ ਤਰ੍ਹਾਂ ਰੱਖੇ ਪਾਠ ਉੱਤੇ ਕੋਈ ਵਿਰਲਾ ਹੀ ਸਿੱਖ ਕਿੰਤੂ ਕਰਦਾ ਹੈ, ਪਰ ਕਈ ਵੇਰੀ ਇੱਕੋ ਸਥਾਨ ਤੇ ਇੱਕ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਾ ਪ੍ਰਕਾਸ਼ ਕਰਕੇ ਪਾਠ ਰਖਾਏ ਗਏ, ਜਾਂ ਜਿਸ ਤਰ੍ਹਾਂ ਅੱਜ ਕੱਲ੍ਹ ਬਾਬਾ ਜੀ ਦੀ ਬਰਸੀ ਤੇ ਕੀਤਾ ਜਾਂਦਾ ਹੈ। ਜਿਹੜੇ ਸੱਜਣ ਪਾਠ ਦਾ ਮਹਾਤਮ ਇੱਥੋਂ ਤੱਕ ਹੀ ਸਮਝਦੇ ਹਨ ਕਿ ਪਾਠੀ ਨੇ ਗੁਰਬਾਣੀ ਤੋਂ ਕੀ ਲਾਭ ਉਠਾਇਆ, ਪਾਠ ਸਰੋਤੇ ਸੁਣਨ ਵਾਲੇ ਕਿਤਨੀ ਕੁ ਗਿਣਤੀ ਵਿੱਚ ਆਏ, ਕਿੰਨਾ ਚਿਰ ਬੈਠੇ, ਕਿਤਨੇ ਧਿਆਨ ਨਾਲ ਉਹਨਾਂ ਪਾਠ ਸੁਣਿਆ ਤੇ ਕਿਤਨਾ ਹਿਰਦੇ ਵਿੱਚ ਵਸਾਇਆ, ਉਹ ਇਹ ਸਮਝਦੇ ਹਨ ਕਿ ਇੱਕੋ ਵੇਰੀ ਬਹੁਤ ਸਾਰੇ ਅਖੰਡ ਪਾਠਾਂ ਨੂੰ ਕਰਾਉਣ ਨਾਲੋਂ ਪਾਠਾਂ ਦੀ ਲੜੀ ਵਧੇਰੇ ਸਮੇਂ ਤੱਕ ਜਾਰੀ ਰੱਖਣੀ ਚੰਗੇਰੀ ਹੈ, ਤਾਂ ਜੋ ਵੱਧ ਤੋਂ ਵੱਧ ਗਿਣਤੀ ਵਿੱਚ ਸਰੋਤੇ ਪਾਠ ਸਰਵਣ ਕਰ ਸਕਣ। ਪਰ ਬਾਬਾ ਜੀ ਦਾ ਇਹ ਖਿਆਲ ਮਾਲੂਮ ਨਹੀਂ ਸੀ ਹੁੰਦਾ। ਦ੍ਰਿਸ਼ਟਾਂਤ ਦੇ ਤੌਰ ਤੇ ਜਿਵੇਂ ਕੋਈ ਭਾਰੀ ਮੋਰਚਾ ਇੱਕ ਬੰਦੂਕ ਜਾਂ ਤੋਪ ਨਾਲ ਕਈ ਮਹੀਨੇ ਠੁੱਸ ਕਰਨ ਨਾਲ ਫਤਿਹ ਨਹੀਂ ਹੁੰਦਾ, ਤੇ ਸਗੋਂ ਇਸ ਤਰ੍ਹਾਂ ਸਮਾਂ ਜਾਂਦਾ ਹੈ ਉਸ ਦੇ ਸਰ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਤੋਪਾਂ ਵਿੱਚੋਂ ਇੱਕੋ ਵਾਰੀ ਗੋਲਾਬਾਰੀ ਦੀ ਪੁਛਾੜ ਕਰਨੀ ਬਣਦੀ ਹੈ। ਕੁਝ ਇਸ ਤਰ੍ਹਾਂ ਦੋ ਅਸੂਲ ਅਨੁਸਾਰ ਬਾਬਾ ਜੀ ਇੱਕੋ ਵੇਰੀ ਪਾਠ ਕਰਾਉਣ ਦੇ ਹੱਕ ਵਿੱਚ ਮਾਲੂਮ ਹੁੰਦੇ ਸਨ ਤੇ ਫਰਮਾਇਆ ਕਰਦੇ ਸਨ ਕਿ ਸਾਡੇ ਕੋਲ ਤਾਂ ਪਾਠਾਂ ਦੇ ਹੀ ਬੰਬ ਹਨ। ਇਕੱਠੇ ਪਾਠ ਕਰਨ ਦਾ ਵਧੀਕ ਲਾਭ ਉਸੇ ਤਰ੍ਹਾਂ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਸੰਗਤ ਵਿੱਚ ਇਕੱਠੀ ਅਰਦਾਸ ਕਰਨ ਦਾ ਫਲ ਹੁੰਦਾ ਹੈ। ਇੱਕ ਅਸਥਾਨ ਤੇ ਇੱਕੋ ਵਾਰੀ ਬਹੁਤ ਸਾਰੇ ਅਖੰਡ ਪਾਠ ਕਰਾਣੇ ਕਈ ਹੋਰ ਮਹਾਤਮਾਵਾਂ ਦਾ ਵੀ ਦਸਤੂਰ ਰਿਹਾ ਹੈ, ਜਿਹਾ ਕਿ ਸੰਤ ਅਲੀ ਬੇਗ ਵਾਲੇ ਆਦਿ। ਭਾਵੇਂ ਇਹ ਠੀਕ ਹੈ ਕਿ ਬਹੁਤ ਸਾਰੇ ਪਾਠ ਇੱਕੋ ਵੇਲੇ ਕਰਾਉਣ ਸਮੇਂ ਪਾਠ ਅੱਗੇ ਪਿੱਛੇ ਹੋ ਜਾਂਦਾ ਹੈ, ਪਾਠੀ ਉਤਨੀ ਸਾਵਧਾਨੀ ਨਾਲ ਪਾਠ ਨਹੀਂ ਕਰਦੇ ਜਿਤਨੀ ਕਿ ਉਹ ਉਦੋਂ ਕਰਦੇ ਹਨ ਜਦ ਕਿ ਉਹ ਆਪਣੀ ਅੱਖਾਂ ਅੱਗੇ ਬੈਠੇ ਹੋਏ ਸਰੋਤਿਆਂ ਨੂੰ ਵੇਖ ਕੇ ਕਰਦੇ ਹਨ। ਪਰ ਇਹ ਪਾਠੀਆਂ ਦੀ ਸਿਖਲਾਈ, ਚੋਣ, ਸੋਧ ਤੇ ਉਹਨਾਂ ਦੀ ਨਿਗਰਾਨੀ ਦਾ ਸਵਾਲ ਹੈ। ਜਿਹੜੇ ਕੇਵਲ ਮਨੁੱਖੀ ਸਰੋਤਿਆਂ ਦਾ ਹੀ ਖਿਆਲ ਕਰਦੇ ਹਨ, ਉਹ ਇਹ ਗੱਲ ਨੂੰ ਭੁੱਲ ਜਾਂਦੇ ਹਨ ਕਿ ਆਤਮਿਕ ਮੰਡਲ ਵਿੱਚ ਅਨੇਕਾਂ ਹੀ ਆਦ੍ਰਿਸ਼ ਆਤਮਾ ਰੂਹਾਂ ਹਨ ਜਿਨ੍ਹਾਂ ਦੀ ਹੋਂਦ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਤੇ ਜਿਨ੍ਹਾਂ ਦਾ ਭੋਜਨ ਹਰ ਨਾਮ ਹੀ ਹੈ, ਜਿਸ ਦੀ ਪੁਸ਼ਟੀ ਇਹ ਤੁਕਾਂ ਕਰਦੀਆਂ ਹਨ, ਹਰ ਨਾਮ ਭੋਜਨ ਖਾਇਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਵੇਂ ਸਾਡੇ ਸਥੂਲ ਸਰੀਰ ਦਾ ਭੋਜਨ ਖਾਦ ਪਦਾਰਥ ਦਾ ਹੈ, ਉਹਨਾਂ ਦਾ ਹਰ ਨਾਮ ਹੈ। ਇਸ ਲਈ ਇਹ ਦਲੀਲ ਹੋ ਸਕਦੀ ਹੈ ਕਿ ਇਸ ਤਰ੍ਹਾਂ ਦੇ ਪਾਠ ਜਿਤਨੇ ਵੀ ਵੱਧ ਹੋਣ, ਐਸੇ ਆਦ੍ਰਿਸ਼ ਸਰੋਤਿਆਂ ਲਈ ਉਤਨਾ ਹੀ ਵੱਡਾ ਜਗ ਸਾਡੇ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ। ਸੂਖਮ ਸਰੀਰਾਂ ਜਾਂ ਆਤਮਾਵਾਂ ਦੀ ਬਿਰਤੀ ਵੀ ਸੂਖਮ ਜਾਂ ਅਤ ਕੋਮਲ ਹੁੰਦੀ ਹੈ। ਇਸ ਲਈ ਜਿਤਨਾ ਵਾਯੂਮੰਡਲ ਚੰਗਾ ਅਰਥਾਤ ਪਵਿੱਤਰ ਤੇ ਸੁਗੰਧਿਤ ਹੋਵੇ, ਉਤਨਾ ਹੀ ਉਹਨਾਂ ਲਈ ਵਧੀਕ ਪ੍ਰੇਰਨਾ ਤੇ ਪ੍ਰਸੰਨਤਾ ਦਾ ਕਾਰਨ ਬਣਦਾ ਹੈ।
ਇਹ ਵੀ ਠੀਕ ਜਾਪਦਾ ਹੈ ਕਿ ਉਹਨਾਂ ਦੀ ਪ੍ਰਸੰਨਤਾ ਸਾਡੇ ਆਪਣੇ ਤੇ ਸ੍ਰਿਸ਼ਟੀ ਲਈ ਹਰ ਪੱਖ ਤੋਂ ਲਾਭਦਾਇਕ ਹੁੰਦੀ ਹੈ। ਘਰ ਵਿੱਚ ਪਾਠ ਰਖਾ ਦੇਣ ਤੇ ਆਪ ਨਾ ਸੁਣਨ ਵਿੱਚ ਜੋ ਲਾਭ ਹੁੰਦਾ ਹੈ, ਇੰਨਾ ਕੁ ਹੁੰਦਾ ਹੋਵੇਗਾ ਜਿੰਨਾ ਕੁ ਨੌਕਰ ਰਾਹੀਂ ਕਿਸੇ ਪ੍ਰਾਹੁਣੇ ਨੂੰ ਪ੍ਰਸ਼ਾਦ ਛਕਾ ਦੇਣ ਦਾ, ਜਦ ਕਿ ਪ੍ਰਾਹੁਣਚਾਰੀ ਕਰਨ ਵਾਲਾ ਨਾ ਆਪ ਹਾਜ਼ਰ ਹੋ ਕੇ ਸੇਵਾ ਕਰੇ ਤੇ ਨਾ ਹੀ ਆਪ ਭੋਜਨ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।